प्यारे विद्यार्थियों, पीए भाग पहला ਸਮੈਸਟਰ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਨੂੰ ਮੁਖਾਤਬ ਹਾਂ। ਅਸੀਂ ਆਧੁਨਿਕ ਪੰਜਾਬੀ ਕਵਿਤਾ ਦੀ ਜਿਹੜੀ ਪੁਸਤਕ ਹੈ ਉਸ ਨੂੰ ਕਰ ਰਹੇ ਹਾਂ। ਆਧੁਨਿਕ ਪੰਜਾਬੀ ਕਵਿਤਾ ਦੇ ਸਿਲੇਬਸ ਦੇ ਵਿੱਚ ਜੋ ਪੁਸਤਕ ਹੈ ਆਧੁਨਿਕ ਪੰਜਾਬੀ ਕਵਿਤਾ, ਉਸਦੇ ਕਵੀਆਂ ਦੇ ਵਿੱਚ 9ਵਾਂ ਕਵੀ ਆਪਾਂ ਅੱਜ ਕਰਨ ਲੱਗੇ ਹਾਂ, ਜਿਸ ਦਾ ਨਾਮ ਹੈ ਹਰਿਭਜਨ ਸਿੰਘ। ਡਾਕਟਰ ਹਰਿਭਜਨ ਸਿੰਘ ਪੰਜਾਬੀ ਕਵੀਆਂ ਦੇ ਵਿੱਚ ਸਿਰਮੌਰ ਨਾਂ ਹੈ, ਜਿਹੜਾ ਕਿ ਤੁਹਾਡੇ ਸਿਲੇਬਸ ਵਾਲੀ ਕਿਤਾਬ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ 9ਵੇਂ ਕਵੀ ਵਜੋਂ ਅੰਕਿਤ ਹੈ। ਹਰਿਭਜਨ ਸਿੰਘ ਇੱਕ ਸਮਰੱਥਾਵਾਨ ਸਾਹਿਤਕਾਰ ਤੇ ਸਾਹਿਤ ਆਲੋਚਕ ਹੋਇਆ ਹੈ, ਜਿਹਦਾ ਜਨਮ 18 ਅਗਸਤ 1920 ਨੂੰ ਅਸਾਮ ਦੇ ਇੱਕ ਪਿੰਡ ਲਾਮਡਿੰਗ ਦੇ ਵਿੱਚ ਹੁੰਦਾ ਹੈ ਤੇ ਪਿਤਾ ਦਾ ਨਾਮ ਇਹਨਾਂ ਦਾ ਹੈ ਸਰਦਾਰ ਗੰਡਾ ਸਿੰਘ। ਤੇ ਤਰਾਸਦੀ ਇਹ ਵਾਪਰਦੀ ਹੈ ਕਿ ਬਚਪਨ ਦੇ ਵਿੱਚ ਹੀ ਡਾਕਟਰ ਹਰਿਭਜਨ ਸਿੰਘ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਜਿਹੜਾ ਉੱਠ ਜਾਂਦਾ ਹੈ ਤੇ ਉਹ ਆਪਣੀ ਮਿਹਨਤ ਤੇ ਲਗਨ ਨਾਲ ਅਕਾਦਮਿਕ ਪ੍ਰਾਪਤੀਆਂ ਕਰਦਾ ਸਿਖਰ ਤੇ ਪੁੱਜਦਾ ਹੈ। ਉਹ ਦਿੱਲੀ ਯੂਨੀਵਰਸਿਟੀ ਦੇ ਵਿੱਚ ਭਾਰਤੀ ਭਾਸ਼ਾਵਾਂ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੁੰਦਾ ਹੈ ਤੇ ਉਸ ਤੋਂ ਉਪਰੰਤ ਵੀ ਉਸਨੂੰ ਬਹੁਤ ਸਾਰੀਆਂ ਯੂਨੀਵਰਸਿਟੀਆਂ ਤੇ ਸੰਸਥਾਵਾਂ ਤੋਂ ਆਜੀਵਨ ਲਾਈਫ ਟਾਈਮ ਫੈਲੋਸ਼ਿਪ ਜਿਹੜੀ ਹੈ ਉਹ ਮਿਲ ਜਾਂਦੀ ਹੈ। ਇਹ ਸਭ ਹੋ ਜਾਣ ਉਪਰੰਤ ਉਹ ਬਹੁਤ ਸਾਰੀਆਂ ਯੂਨੀਵਰਸਿਟੀਆਂ ਸੰਸਥਾਵਾਂ ਤੋਂ ਫੈਲੋਸ਼ਿਪ ਵੀ ਗ੍ਰਹਿਣ ਕਰਦਾ। ਇਸ ਤੋਂ ਬਿਨਾਂ ਕਬੀਰ ਪੁਰਸਕਾਰ ਤੇ ਸਰਸਵਤੀ ਪੁਰਸਕਾਰ ਵਰਗੇ ਵੱਡੇ ਉੱਚ ਸਨਮਾਨ ਪ੍ਰਾਪਤ ਕਰਨ ਵਾਲਾ ਉਹ ਇੱਕੋ ਇੱਕ ਕਵੀ ਹੋ ਨਿਬੜਦਾ ਹੈ। ਤਾਂ ਭਾਸ਼ਾ ਭਾਗ ਪੰਜਾਬ, ਭਾਰਤੀ ਸਾਹਿਤ ਅਕਾਦਮੀ ਦਿੱਲੀ ਤੇ ਕਈ ਹੋਰ ਅਦਾਰਿਆਂ ਵੱਲੋਂ ਉਹਨੂੰ ਬਹੁਤ ਹੀ ਸਨਮਾਨ ਜਿਹੜੇ ਆ ਉਹ ਹਾਸਲ ਹੋਏ ਆ। ਆਧੁਨਿਕ ਪੰਜਾਬੀ ਕਵਿਤਾ ਨੂੰ ਨਵਗਤੀ ਦਾ ਹੁਲਾਰਾ ਦੇਣ ਵਾਲਾ ਇੱਕ ਮਹੱਤਵਪੂਰਨ ਕਵੀ ਵਜੋਂ ਜਾਣਿਆ ਜਾਂਦਾ ਡਾਕਟਰ ਹਰਿਭਜਨ ਸਿੰਘ। ਪ੍ਰੋਫੈਸਰ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀ ਕਾਵਿ ਪਰੰਪਰਾ ਤੋਂ ਬਾਅਦ ਉਸ ਦਾ ਦਰਜਾ ਇੱਕ ਖਾਸ ਮਹੱਤਵ ਰੱਖਦਾ ਹੈ। ਉਹਨੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਕਰਕੇ ਪੰਜਾਬੀ ਕਵਿਤਾ ਇਨਸਾਨ ਦੀ ਭਾਵਕ ਬਿਰਤੀ ਤੋਂ ਅੱਗੇ ਲੰਘ ਕੇ ਦਿਲ ਦੀਆਂ ਗੁੰਝਲਾਂ ਤੱਕ ਪੜ੍ਹਨ ਦੇ ਯੋਗ ਬਣਾਉਣ ਦਾ ਯਤਨ ਕੀਤਾ। ਉਹਦੀ ਕਵਿਤਾ ਜਿਹੜੀ ਹੈ ਯਥਾਰਥਿਕਤਾ ਤੇ ਪ੍ਰਤੱਖ ਪੱਖਾਂ ਦੀ ਥਾਂ ਇਸ ਦੀਆਂ ਗੁੱਝੀਆਂ ਜਿਹੜੀਆਂ ਅਸਲੀਅਤਾਂ ਉਹਨਾਂ ਨੂੰ ਦਰਸਾਉਣ ਤੇ ਜ਼ੋਰ ਦਿੰਦੀ ਹੈ। ਭਾਵ ਉਸਦੀ ਕਵਿਤਾ ਯਥਾਰਥਿਕ ਤੇ ਮਨੋਵਿਗਿਆਨਕ ਪੱਖ ਨੂੰ ਪੇਸ਼ ਕਰਦੀ ਹੈ। ਜਿੱਥੇ ਉਹਦੇ ਵਿੱਚ ਰਿਐਲਿਟੀ ਹੈ ਉੱਥੇ ਉਹਦੇ ਵਿੱਚ ਸਾਈਕੋ ਜਿਹੜੇ ਫੈਕਟਰਸ ਹੈ ਉਹ ਵੀ ਦੇਖਣ ਨੂੰ ਮਿਲਦੇ ਆ, ਮਨੋਵਿਗਿਆਨਕਤਾ ਵੀ ਵੇਖਣ ਨੂੰ ਮਿਲਦੀ ਹੈ। ਮਨ ਦੀਆਂ ਗੱਲਾਂ ਨਾਲ ਸੰਬੰਧਿਤ ਜਿਹੜਾ ਵਿਗਿਆਨ ਹੈ ਉਹਦਾ ਵੀ ਵਰਤੋਂ ਕਿਤੇ ਨਾ ਕਿਤੇ ਕੀਤੀ ਮਿਲਦੀ ਹੈ। ਡਾਕਟਰ ਹਰਿਭਜਨ ਸਿੰਘ ਇੱਕੋ ਸਮੇਂ ਇੱਕ ਚਿੰਤਕ ਦੇ ਤੌਰ ਤੇ ਪ੍ਰਸਿੱਧ ਹੁੰਦਾ ਹੈ, ਇੱਕ ਦਾਰਸ਼ਨਿਕ ਦੇ ਤੌਰ ਤੇ ਔਰ ਇੱਕ ਕਵੀ ਦੇ ਤੌਰ ਤੇ ਵੀ ਉਹ ਪ੍ਰਸਿੱਧ ਹੁੰਦਾ ਹੈ। ਤਾਂ 1956 ਦੇ ਵਿੱਚ ਉਸਦਾ ਜੋ ਕਾਵਿ ਸੰਗ੍ਰਹਿ ਛਪਦਾ ਉਹਦਾ ਨਾਮ ਹੈ ਲਾਸਾਂ। ਤਾਰ ਤੁਪਕਾ 1957 ਦੇ ਵਿੱਚ ਛਪਦਾ ਹੈ। ਅਦਰੈਣੀ 1962 ਚ, ਨਾ ਧੁੱਪੇ ਨਾ ਛਾਵੇਂ 1969 ਚ, ਸੜਕ ਦੇ ਸਫ਼ੇ ਤੇ 1970 ਚ, ਅਲਫ ਦੁਪਹਿਰ 1972, ਟੁੱਕੀਆਂ ਜੀਭਾਂ ਵਾਲੇ 1977, ਮੱਥਾ ਦੀਵੇ ਵਾਲਾ 1984, ਅਲਵਿਦਾ ਤੋਂ ਪਹਿਲਾਂ 1984, ਮਾਵਾਂ ਧੀਆਂ 1999, ਚੌਥੇ ਦੀ ਉਡੀਕ 1991, ਰੁੱਖ ਤੇ ਰਿਸ਼ੀ 1992, ਮੇਰਾ ਨਾਉ ਕਬੀਰ 2000 ਉਸਦੇ ਕਾਵਿ ਸੰਗ੍ਰਹਿ ਪ੍ਰਸਿੱਧ ਹੈ। ਉਸਦੀ ਚੋਣਵੀਂ ਪੰਜਾਬੀ ਕਵਿਤਾ ਮੇਰੀ ਕਾਵਿ ਯਾਤਰਾ ਪੁਸਤਕ ਨਾਂ ਦੇ ਸੰਗ੍ਰਹਿ ਵਿੱਚ ਵੀ ਪੜ੍ਹੀ ਜਾ ਸਕਦੀ ਹੈ। ਉਹਨੇ 1 ਦਰਜਨ ਤੋਂ ਉੱਪਰ ਸਾਹਿਤ ਆਲੋਚਨਾ ਦੀਆਂ ਪੁਸਤਕਾਂ ਵੀ ਲਿਖੀਆਂ। ਆਲੋਚਨਾ ਦੇ ਖੇਤਰ ਵਿੱਚ ਉਸਦਾ ਇੱਕ ਵਿਲੱਖਣ ਯੋਗਦਾਨ ਹੈ। 21 ਅਕਤੂਬਰ 2002 ਨੂੰ ਇਹ ਮਹਾਨ ਚਿੰਤਕ, ਸ਼ਾਇਰ ਤੇ ਪ੍ਰਾਧਿਆਪਕ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦਾ ਹੈ।
ਤਾਂ ਡਾਕਟਰ ਹਰਭਜਨ ਸਿੰਘ ਜਿਹੜਾ ਹੈ ਉਹ ਨਵੀਨ ਪੰਜਾਬੀ ਕਵਿਤਾ ਵਿੱਚ ਸਵਾਲ ਪੁੱਛਣ ਤੇ ਸਵਾਲ ਉਠਾਉਣ ਵਾਲਾ ਇੱਕ ਬਹੁਤ ਵੱਡਾ ਕਵੀ ਹੋਇਆ। ਜ਼ਿੰਦਗੀ ਦੀਆਂ ਪ੍ਰਚਲਿਤ ਕੀਮਤਾਂ ਤੇ ਵਿਸ਼ਵਾਸਾਂ ਨੂੰ ਸਦਾ ਨਵੇਂ ਪੱਖਾਂ ਤੋਂ ਨਵੇਂ-ਨਵੇਂ ਪ੍ਰਸ਼ਨਾਂ ਨਾਲ ਵੰਗਾਰਦਾ ਆਇਆ ਹੈ। ਚੇਤ ਤੋਂ ਅਚੇਤ, ਕਾਲ ਤੋਂ ਅਕਾਲ ਤੱਕ ਦੀ ਰਚਨਾਤਮਕ ਯਾਤਰਾ ਤੇ ਚਿੰਤਨ ਉਸਦੇ ਬਹੁਤ ਪਿਆਰੇ ਵਿਸ਼ੇ ਰਹੇ ਹੈ। ਵਿਅੰਗ ਵੀ ਉਸਦੀ ਰਚਨਾ ਦਾ ਇੱਕ ਸ਼ਕਤੀਸ਼ਾਲੀ ਅੰਗ ਹੈ। ਵਿਅੰਗ ਤੁਸੀਂ ਸਮਝਦੇ ਹੋ, ਕਿਸੇ ਤੇ ਸਟਾਇਰ ਕਰਨਾ, ਗੱਲ ਕਹਿ ਦੇਣੀ ਤੇ ਬੜੇ ਲੁਕਵੇਂ ਸ਼ਬਦਾਂ 'ਚ ਗੱਲ ਕਹਿ ਦੇਣੀ, ਉਹਦੇ ਅਰਥ ਜਿਹੜੇ ਆ ਉਹ ਲੋਕਾਂ ਨੂੰ ਆਪਣੇ ਆਪ ਸਪਸ਼ਟ ਹੁੰਦੇ ਨਜ਼ਰ ਆਉਂਦੇ ਆ। ਪਰ ਇੱਕ ਗੱਲ ਹੈ ਕਿ ਉਹਦੀ ਵਿਅੰਗਮਈ ਸੁਰ ਦੇ ਪਿੱਛੇ ਉਸਦੀ ਦਾਰਸ਼ਨਿਕ ਗੰਭੀਰਤਾ ਵੀ ਮਿਲਦੀ ਹੈ, ਫਿਲੋਸੋਫੀਕਲ ਇੱਕ ਜਿਹੜੀ ਹੈ ਗੰਭੀਰਤਾ। ਇੱਕ ਉਹਦੀ ਕਵਿਤਾ ਬੜੀ ਪ੍ਰਸਿੱਧ ਹੈ, ਉਸਦੀ ਕੁਝ ਸਤਰਾਂ ਆਪਾਂ ਜ਼ਰੂਰ ਸਾਂਝੀਆਂ ਕਰਾਂਗੇ। ਗੁਰੂ ਨਾਨਕ ਜਿਨ੍ਹਾਂ ਰਾਹਾਂ ਤੇ ਤੁਰਿਆ ਸੀ, ਕੇਵਲ ਸ਼ਰਧਾਂਜਲੀ ਉਸਦੀ ਕਵਿਤਾ ਹੈ, ਕੇਵਲ ਸ਼ਰਧਾਂਜਲੀ ਡਾਕਟਰ ਹਰਭਜਨ ਦੀ ਕਵਿਤਾ। ਉਸ ਕਵਿਤਾ ਦੀਆਂ ਕੁਝ ਸਤਰਾਂ ਆਪਾਂ ਸਾਂਝੀਆਂ ਕਰਦੇ ਹਾਂ। ਗੁਰੂ ਨਾਨਕ ਜਿਨ੍ਹਾਂ ਰਾਹਾਂ ਤੇ ਤੁਰਿਆ ਸੀ, ਉਹਨਾਂ ਰਾਹਾਂ ਤੇ ਮੈਂ ਬਸ ਸੋਚ ਸਕਦਾ ਹਾਂ। ਗੁਰੂ ਨੇ ਆਪ ਕਿਰਤੀ ਵਾਂਗ ਜੋ ਜੋ ਸਾਜਿਆ ਸੀ, ਮੈਂ ਉਸਨੂੰ ਫਾਸਲੇ ਉੱਪਰ ਖਲੋ ਕੇ ਬਸ ਸਲਾਹਿਆ ਹੈ। ਉਸਨੂੰ ਬਿਨ ਮੰਗਿਆ ਮਹਿਮਾ ਮਿਲੀ, ਮੈਂ ਸਫਲਤਾ ਦੀ ਯਾਚਨਾ ਵਿੱਚ ਉਮਰ ਗਾਲੀ ਹੈ। ਗੁਰੂ ਦੀ ਅੰਜਲੀ ਵਿੱਚ ਦੋ ਆਲਮ ਦਾ ਖਜ਼ਾਨਾ ਸੀ, ਮੇਰੇ ਪੱਲੇ ਸਿਰਫ ਸ਼ਰਧਾਂਜਲੀ ਹੈ, ਮੇਰੇ ਪੱਲੇ ਸਿਰਫ ਸ਼ਰਧਾਂਜਲੀ ਹੈ। ਇਸ ਤਰ੍ਹਾਂ ਦੀਆਂ ਰਚਨਾਵਾਂ ਲਿਖਣ ਵਾਲਾ ਡਾਕਟਰ ਹਰਭਜਨ ਸਿੰਘ, ਜਿਸ ਦੀਆਂ ਅੱਗੇ ਆਪਾਂ ਰਚਨਾਵਾਂ, ਦੋ ਰਚਨਾਵਾਂ ਜੋ ਸਾਡੇ ਸਿਲੇਬਸ ਦਾ ਹਿੱਸਾ ਨੇ ਉਹ ਪੜ੍ਹਾਂਗੇ। ਪਹਿਲੀ ਕਵਿਤਾ ਹੈ ਧਰਤੀ ਦੇ ਹੇਠਾਂ। ਧਰਤੀ ਦੇ ਹੇਠਾਂ। ਪਹਿਲੀ ਕਵਿਤਾ ਡਾਕਟਰ ਹਰਭਜਨ ਸਿੰਘ ਦੀ, ਧਰਤੀ ਦੇ ਹੇਠਾਂ। ਧਰਤੀ ਦੇ ਹੇਠਾਂ ਧੌਲ ਹੈ, ਧਰਮ ਹੈ, ਇੱਕ ਮੇਰੀ ਧੀ ਹੈ। ਧਰਤੀ ਤਾਂ ਬੋਝ ਹੈ, ਦੁੱਖ ਹੈ, ਕੋਝ ਹੈ, ਸਹਿੰਦੀ ਹੈ ਧੀ, ਪਰ ਕਰਦੀ ਨਾ ਸੀ ਹੈ। ਇਹ ਕਾਵਿ ਸਤਰਾਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਜੋ ਹਰਭਜਨ ਸਿੰਘ ਦੀ ਕਵਿਤਾ ਹੈ ਧਰਤੀ ਦੇ ਹੇਠਾਂ, ਉਹਦੇ ਵਿੱਚੋਂ ਲਈਆਂ ਗਈਆਂ। ਤੇ ਇਸ ਕਵਿਤਾ ਦੇ ਵਿੱਚ ਕਵੀ ਜਾਂ ਡਾਕਟਰ ਹਰਭਜਨ ਸਿੰਘ ਇਸਤਰੀ ਜਾਤੀ ਦੀ ਜੋ ਬਹਾਦਰੀ ਹੈ ਉਸਨੂੰ ਸਵੀਕਾਰਦਾ, ਸਤਿਕਾਰ ਦਿੰਦਾ ਹੈ ਤੇ ਸਮਾਜਿਕ ਸੰਤੁਲਨ ਦੀ ਕਾਇਮੀ ਵਿੱਚ ਉਸਦੇ ਯੋਗਦਾਨ ਦੀ ਸ਼ਲਾਘਾ ਕਰਦਾ ਹੈ। ਉਹ ਕਹਿੰਦਾ ਹੈ ਕਿ ਲੋਕ ਵਿਸ਼ਵਾਸ ਹੈ ਕਿ ਧਰਤੀ ਦੇ ਹੇਠਾਂ ਇੱਕ ਬਲਦ ਹੈ ਜਿਸ ਨੇ ਧਰਤੀ ਆਪਣੇ ਸਿੰਗਾਂ ਦੇ ਉੱਤੇ ਚੱਕੀ ਹੋਈ ਹੈ। ਇੱਕ ਲੋਕ ਵਿਸ਼ਵਾਸ ਹੈ, ਇੱਕ ਮਿੱਥ ਹੈ। ਇਹ ਧਰਤੀ ਧਰਮ ਰੂਪੀ ਨਿਯਮਾਂ ਦੇ ਆਸਰੇ ਟਿਕੀ ਹੋਈ ਹੈ ਤੇ ਕਵੀ ਦਾ ਵਿਸ਼ਵਾਸ ਹੈ ਕਿ ਉਸਦੀ ਧੀ ਅਰਥਾਤ ਇਸਤਰੀ, ਔਰਤ, ਉਹਨੇ ਵੀ ਧਰਤੀ ਦਾ ਭਾਰ ਚੁੱਕਿਆ ਹੋਇਆ। ਧਰਤੀ ਇੱਕ ਬੋਝ, ਦੁੱਖ ਤੇ ਕੋਝ ਹੈ। ਇਹਦੇ ਸਾਰੇ ਭਾਰ ਨੂੰ ਜਿਹੜੀ ਔਰਤ ਰੂਪੀ ਧੀ ਹੈ ਉਹ ਚੁੱਕਦੀ ਹੈ, ਪਰ ਉਹ ਮੂੰਹੋਂ ਜਰਾ ਵੀ ਸੀ ਨਹੀਂ ਕਰਦੀ, ਬਿਲਕੁਲ ਵੀ ਬੋਲਦੀ ਨਹੀਂ। ਧੌਲ ਤਾਂ ਥੱਕਿਆ, ਥੱਕ ਕੇ ਬਹਿ ਗਿਆ, ਧਰਮ ਵੀ ਹਾਰਿਆ, ਪੰਖਲਾ ਉੱਡ ਰਿਹਾ। ਧੀਆਂ ਨੂੰ ਥੱਕਣ ਦੀ, ਪੰਖਲਾ ਉੱਡਣ ਦੀ ਜਾਚ ਹੀ ਨਹੀਂ ਹੈ। ਡਾਕਟਰ ਹਰਭਜਨ ਸਿੰਘ ਕੀ ਲਿਖਦਾ ਹੈ ਕਿ ਹੁਣ ਲੋਕਾਂ ਦਾ ਇਹ ਵਿਸ਼ਵਾਸ ਡੋਲ ਚੁੱਕਾ ਹੈ ਕਿ ਧਰਤੀ ਨੂੰ ਬਲਦ ਨੇ ਸਿੰਘਾਂ ਤੇ ਚੱਕਿਆ ਹੋਇਆ ਹੈ। ਧਰਮ ਵਿੱਚ ਵੀ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਉੱਠ ਰਿਹਾ ਹੈ, ਉਹ ਖੰਭ ਲਾ ਕੇ ਕਿਧਰੇ ਉੱਡ ਪੁੱਡ ਗਿਆ ਪ੍ਰਤੀਤ ਹੁੰਦਾ ਹੈ। ਪਰ ਧੀਆਂ ਰੂਪੀ ਔਰਤਾਂ ਖੰਭ ਲਾ ਕੇ ਕਿਧਰੇ ਉੱਡ ਜਾਣ ਦਾ ਢੰਗ ਹੀ ਨਹੀਂ ਜਾਣਦੀਆਂ। ਇਸੇ ਕਰਕੇ ਉਹ ਸਾਰੇ ਦੁੱਖਾਂ ਦਾ ਭਾਰ ਆਪਣੇ ਸਿਰ ਦੇ ਉੱਤੇ ਚੁੱਕੀ ਫਿਰਦੀਆਂ। ਚਤੁਰਭੁਜ ਬ੍ਰਹਮਾ ਨੇ ਦੁੱਖ ਸਾਜੇ ਸਹਿਜ ਭੁਜ, ਚਤੁਰਭੁਜ ਬ੍ਰਹਮਾ ਨੇ ਦੁੱਖ ਸਾਜੇ ਸਹਿਜ ਭੁਜ। ਉਹਨਾਂ ਸੰਗ ਲੜਨ ਲਈ ਦੇਵੀ ਅਸ਼ਟਭੁਜੀ ਹੈ, ਪਰ ਧੀ ਤਾਂ ਹੈ ਮਨੁੱਖ, ਉਹ ਵੀ ਅੱਧੀ ਮਸਾਂ ਪਾਉਣੀ। ਉਹ ਵੀ ਦੁੱਖਾਂ ਸੰਗ ਲੜਦੀ ਨਹੀਂ, ਦੁੱਖ ਚੁੱਕਦੀ ਹੈ।
कवि की कहता है कि 4 बाहां वाले ब्रह्मा ने हजारां बाहां वाले दुख बनाए है। उन्होंने लड़न लई 8 बाहां वाली दुर्गा बनाई है, देवी दुर्गा जिन्होंने असीं कहने मां दुर्गा कहने। पर धी वर्गी जिहड़ी इस्त्री है जां धी दे रूप च जिहड़ी इस्त्री है वो मनुख है, ते उन्होंने जिहड़ा मर्द दे बराबर लड़न दी जिहड़ी उहदे कोले ताकत नहीं है, सगों अद्धी जां पौणी दा दर्जा प्राप्त है। ਇਹਦੇ ਬਾਵਜੂਦ ਵੀ ਉਹ ਦੁੱਖਾਂ ਦੇ ਨਾਲ ਲੜਦੀ ਨਹੀਂ, ਸਗੋਂ ਦੁੱਖਾਂ ਨੂੰ ਚੁੱਕਦੀ ਹੈ। ਧਰਤੀ ਦੇ ਹੇਠਾਂ ਧੌਲ ਸੀ, ਧਰਮ ਸੀ, ਹੁਣ ਮੇਰੀ ਧੀ ਹੈ। ਤਾਂ ਕਵੀ ਕਹਿੰਦਾ ਹੈ ਕਿ ਕਦੇ ਲੋਕ ਵਿਸ਼ਵਾਸ ਅਨੁਸਾਰ ਧਰਤੀ ਬਲਦ ਨੇ ਆਪਣੇ ਸਿੰਘਾਂ ਉੱਪਰ ਚੁੱਕੀ ਹੋਈ ਹੈ, ਇਹ ਲੋਕ ਵਿਸ਼ਵਾਸ ਮੰਨਿਆ ਜਾਂਦਾ ਹੈ। ਇਹ ਵੀ ਲੋਕ ਵਿਸ਼ਵਾਸ ਮੰਨਿਆ ਜਾਂਦਾ ਹੈ ਕਿ ਧਰਮ ਦੇ ਨਿਯਮਾਂ ਕਰਕੇ ਧਰਤੀ ਨੂੰ ਜਿਹੜੀ ਹੈ ਟਿਕਾ ਮਿਲਿਆ ਹੋਇਆ, ਪਰ ਅੱਜ ਇਹ ਸਾਰੇ ਵਿਸ਼ਵਾਸ ਜਿਹੜੇ ਆ ਉਹ ਡੋਲ ਚੁੱਕੇ ਆ, ਖਤਮ ਹੋ ਚੁੱਕੇ ਆ। ਅੱਜ ਤਾਂ ਧਰਤੀ ਦੇ ਭਾਰ ਨੂੰ ਚੁੱਕਣ ਵਾਲੀ ਧੀ ਰੂਪੀ ਔਰਤ ਹੀ ਹੈ। ਇਹ ਸੀ ਕਵਿਤਾ ਧਰਤੀ ਦੇ ਹੇਠਾਂ, ਕਵੀ ਹਰਿਭਜਨ ਸਿੰਘ। ਅਗਲੀ ਕਵਿਤਾ ਹਰਿਭਜਨ ਸਿੰਘ ਦੀ ਹੈ 15 ਅਗਸਤ, ਸਾਡਾ ਜੋ ਸੁਤੰਤਰਤਾ ਦਿਵਸ ਦੇ ਤੌਰ ਤੇ ਜਿਹਨੂੰ ਅਸੀਂ ਮਨਾਉਂਦੇ ਹਾਂ 15 ਅਗਸਤ। ਇੱਕ ਦਿਵਸ ਸੁਹਾਵਾ ਉਜਲਾ ਆ ਖੜਾ ਸਾਡੇ ਦੁਆਰ, ਉਹਦੀ ਦੇਹੀ ਕਿਰਨ ਸੁਰਾਂਗਲੀ, ਮੁਖ ਮਗਦਾ ਤੇਜ ਅਪਾਰ, ਉਹਨੇ ਰਿਸ਼ਮਾ ਬੁੰਬਲ ਜੋੜ ਕੇ ਸਭ ਦਿੱਤੀ ਧੂੜ ਬੁਹਾਰ। ਸਭ ਹੋਈ ਧਰਤੀ ਸੁਹਾਵੜੀ, ਸਭ ਹੋਈ ਧਰਤ ਸੁਹਾਵੜੀ, ਸਭ ਕੋਝ ਬਣੇ ਸ਼ਿੰਗਾਰ। ਇਹ ਜਿਹੜੀਆਂ ਕਾਵ ਸਤਰਾਂ ਨੇ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਜੋ ਡਾਕਟਰ ਹਰਿਭਜਨ ਸਿੰਘ ਦੀ ਕਵਿਤਾ ਹੈ 15 ਅਗਸਤ, ਉਹਦੇ ਵਿੱਚੋਂ ਲਈਆਂ ਗਈਆਂ। ਤੇ ਇਸ ਕਵਿਤਾ ਵਿੱਚ ਕਵੀ ਨੇ ਆਪਣੇ ਦੇਸ਼ ਦੀ ਆਜ਼ਾਦੀ ਦੇ ਦਿਹਾੜੇ ਦੀ ਆਮਦ ਤੇ ਉਹਦੀ ਮਹਾਨਤਾ ਬਾਰੇ ਗੱਲਾਂ ਕੀਤੀਆਂ। ਕੀ ਲਿਖਦਾ ਹੈ ਡਾਕਟਰ ਹਰਿਭਜਨ ਸਿੰਘ ਕਿ 15 ਅਗਸਤ ਦਾ ਸੁਹਾਵਾ ਤੇ ਉਜਲਾ ਦਿਨ, ਖੂਬਸੂਰਤ ਦਿਨ ਸਾਡੇ ਬੂਹੇ ਤੇ ਆ ਖੜਾ ਹੋਇਆ। ਉਸ ਦੀ ਦੇਹ ਜਿਹੜੀ ਹੈ ਉਹ ਕਿਸੇ ਖਾਸ ਕਿਰਨ ਦਾ ਰੂਪ ਹੈ ਤੇ ਉਸਦੇ ਮੂੰਹ ਉੱਤੇ ਬੇਅੰਤ ਤੇਜ ਹੈ। ਉਸਨੇ ਕਿਰਨਾਂ ਜੋੜ ਕੇ ਇੱਕ ਬੁੰਬਲ ਜੋੜਿਆ ਤੇ ਸਾਡੇ ਦੇਸ਼ ਵਿੱਚੋਂ ਗੁਲਾਮੀ ਦੀ ਸਾਰੀ ਧੂੜ ਖੂੰਜ ਦਿੱਤੀ। ਇਹਦੇ ਨਾਲ ਸਾਰੀ ਧਰਤੀ ਸੋਹਣੀ ਹੋ ਗਈ ਹੈ ਤੇ ਸਾਡੇ ਜਿਹੜੇ ਕੋਝ ਹੈ ਉਹ ਹਾਰ ਸ਼ਿੰਗਾਰ ਦੇ ਵਿੱਚ ਬਦਲ ਗਏ। ਤਕਦੀਰਾਂ ਜੋਬਨਵੰਤੀਆਂ ਲੈ ਆਈਆਂ ਲੱਖ ਉਪਹਾਰ, ਲੱਖ ਥਾਲੀ ਦੀਵੇ ਝਿਲਮਿਲੇ, ਲੱਖ ਆਰਤੀ ਕਰੇ ਉਤਾਰ, ਲੱਖ ਆਰਤੀ ਰਹੇ ਉਤਾਰ। ਸਾਡੇ ਕੁਝ ਮੁਸਕਾਏ ਬਿਰਹੜੇ, ਸਭ ਕੁਝ ਗਏ ਸਿਧਾਰ। ਹਰਿਭਜਨ ਸਿੰਘ ਕੀ ਲਿਖਦਾ ਹੈ ਕਿ ਸਾਡੇ ਘਰ ਦੇ ਬੂਹੇ ਉੱਤੇ 15 ਅਗਸਤ ਆਜ਼ਾਦੀ ਦੇ ਦਿਨ ਦੇ ਆ ਖੜੇ ਹੋਣ ਕਰਕੇ ਮੁਟਿਆਰ ਤਕਦੀਰਾਂ ਲੱਖਾਂ ਤੋਹਫੇ ਲੈ ਕੇ ਆ ਗਈਆਂ। ਇਸ ਸਮੇਂ ਲੱਖਾਂ ਥਾਲੀਆਂ 'ਚ ਜਗਦੇ ਹੋਏ ਝਿਲਮਿਲ ਕਰਦੇ ਦੀਵੇ ਉਸ ਦੀ ਲੱਖ ਵਾਰੀ ਆਰਤੀ ਉਤਾਰ ਰਹੇ ਹੈ। ਇਸ ਖੁਸ਼ੀਆਂ ਭਰੇ ਵਾਤਾਵਰਨ ਦੇ ਪਸਰਨ ਨਾਲ ਸਾਡੇ ਸਾਰੇ ਬਿਰਹੜੇ ਮੁਸਕਰਾਉਣ ਲੱਗ ਪਏ ਹੈ ਤੇ ਸਭ ਹੰਝੂ ਸਾਥੋਂ ਦੂਰ ਜਿਹੜੇ ਆ ਉਹ ਚਲੇ ਗਏ। ਅਸਾਂ ਕਿਹਾ ਵੀ ਦਿਵਸ ਸੁਹਾਵਿਆ ਆ ਬਹੁਤ ਸਾਡੇ ਘਰ ਬਾਰ, ਉਸ ਕਿਹਾ ਕਿ ਦਿਵਸ ਨਾ ਬੈਠਦੇ ਸਾਨੂੰ ਬਸ ਤੁਰਨਾ ਦਰਕਾਰ। ਅਸਾਂ ਕਿਹਾ ਕਿ ਦੇ ਜਾ ਦੋਸਤਾ ਸਾਨੂੰ ਪਲਛਨ ਹੋਰ ਦੀਦਾਰ, ਉਸ ਕਿਹਾ ਕਿ ਉਹੀ ਉਹ ਦੋਸਤੀ ਜਿਹੜੀ ਦਰਸ਼ਨ ਤੋਂ ਵੀ ਪਾਰ। ਇੱਥੇ ਕਵੀ ਕੀ ਲਿਖਦਾ ਕਿ ਅਸੀਂ ਆਪਣੇ ਬੂਹੇ ਵਿੱਚ ਆਏ 15 ਅਗਸਤ ਦੇ ਸੋਹਣੇ ਦਿਨ ਨੂੰ ਕਿਹਾ ਕਿ ਉਹ ਸਾਡੇ ਘਰ 'ਚ ਬੈਠੇ, ਪਰੰਤੂ ਉਹਨੇ ਉੱਤਰ ਦਿੱਤਾ ਕਿ ਦਿਨ ਕਦੇ ਵੀ ਬੈਠਦੇ ਨਹੀਂ ਹੁੰਦੇ, ਸਗੋਂ ਉਹਨਾਂ ਲਈ ਚੱਲਦੇ ਰਹਿਣਾ ਹੀ ਜ਼ਰੂਰੀ ਹੈ। ਤਾਂ ਡਾਕਟਰ ਹਰਿਭਜਨ ਸਿੰਘ ਫਿਰ ਕਹਿੰਦਾ ਕਿ ਦੋਸਤਾ ਸਾਨੂੰ ਪਲ ਛਿਨ ਲਈ ਹੋਰ ਦੀਦਾਰ ਦਿੰਦਾ ਜਾ, ਤਾਂ ਕਿ ਦੋਸਤੀ ਉਹੀ ਹੁੰਦੀ ਹੈ ਜੋ ਦਰਸ਼ਨ ਮਗਰੋਂ ਵੀ ਅੱਗੇ ਚੱਲਦੀ ਹੈ। ਤਾਂ ਤੇਰੇ ਦੀਦਾਰ ਜਿਹੜੇ ਆ ਸਾਨੂੰ ਹੁੰਦੇ ਰਹਿਣ, ਤੇਰੇ ਦਰਸ਼ਨ ਜਿਹੜੇ ਸਾਨੂੰ ਹੁੰਦੇ ਰਹਿਣ,
ਸਾਡੇ ਲਈ ਉਹੀ ਗਨੀਮਤ ਹੈ। ਅਸੀਂ ਕਿਰਨਾਂ ਫੜਦੇ ਰਹਿ ਗਏ ਪਰ ਸਕੇ ਨਾ ਉਸ ਖਲਾਰ, ਉਹ ਇੱਕ ਦਸ਼ਾਲਾ ਧੁੱਪ ਦਾ ਸਾਡੇ ਵਿਹੜੇ ਗਿਆ ਪਸਾਰ। ਧੁੱਪ ਚੁੰਮੇ ਤਾਂ ਫੁੱਲ ਜਨਮਦੇ, ਕੁੱਲ ਖਾਕ ਬਣੇ ਗੁਲਜ਼ਾਰ। ਇਹ ਚਾਨਣ ਉਸ ਦੀ ਦੀਦ ਹੈ, ਇਹ ਫੁੱਲ ਉਸਦੇ ਉਹਦੇ ਕੇ ਕਰਾਰ। ਉਸ ਬਿਨ ਵੀ ਇੱਥੇ ਵਸਦਾ, ਉਹਦਾ ਨਿੱਘਾ ਨਿੱਘਾ ਪਿਆਰ। ਇਹ ਇਹਨਾਂ ਸਤਰਾਂ ਦੇ ਵਿੱਚ ਹਰਭਜਨ ਸਿੰਘ ਨੇ ਕੀ ਕਿਹਾ ਹੈ ਕਿ ਅਸੀਂ 15 ਅਗਸਤ ਦੇ ਦਿਨ ਦੀਆਂ ਕਿਰਨਾਂ ਹੀ ਫੜਦੇ ਰਹਿ ਗਏ, ਉਹਨੂੰ ਰੋਕ ਨਹੀਂ ਸਕੇ। ਜਿਵੇਂ ਕਿਹਾ ਜਾਂਦਾ ਹੈ ਕਿ ਉਹ ਧੁੱਪ ਦਾ ਇੱਕ ਦਸ਼ਾਲਾ ਸਾਡੇ ਵਿਹੜੇ ਦੇ ਵਿੱਚ ਖਿਲਾਰ ਗਿਆ, ਇੱਕ ਜਿਹੜੀ ਆਜ਼ਾਦੀ ਦੀ ਮਹਿਕ ਹੈ ਉਹ ਖਿਲਾਰ ਗਿਆ। ਉਸ ਧੁੱਪ ਨੂੰ ਚੁੰਮ ਕੇ ਸਾਡੇ ਦੇਸ਼ ਦੇ ਵਿਹੜੇ 'ਚ ਫੁੱਲਾਂ ਦਾ ਜਨਮ ਹੋਇਆ ਹੈ ਤੇ ਸਾਰੀ ਧਰਤੀ ਇੱਕ ਫੁਲਵਾੜੀ ਵਾਂਗ ਮਹਿਕ ਰਹੀ ਹੈ। ਉਸਦੇ ਖਿਲਾਰੇ ਚਾਨਣ ਵਿੱਚੋਂ ਸਾਨੂੰ ਉਸਦੇ ਦਰਸ਼ਨ ਹੁੰਦੇ ਹੈ। ਖਿੜੇ ਹੋਏ ਫੁੱਲ ਅਰਥਾਤ ਭਾਵ ਖੁਸ਼ਹਾਲੀ ਦਾ ਉਹਨਾਂ ਦਾ ਇਕਰਾਰ ਹੈ। ਉਹ ਆਪ ਭਾਵੇਂ ਸਾਡੇ ਕੋਲ ਨਹੀਂ, ਪਰ ਸਾਡੇ ਵਿਹੜੇ ਵਿੱਚ ਉਸਦਾ ਨਿੱਘਾ ਨਿੱਘਾ ਪਿਆਰ ਵਸਦਾ ਹੈ। ਭਾਵ ਜੋ ਆਜ਼ਾਦੀ ਦਾ ਦਿਨ ਹੈ ਉਹ ਸਾਨੂੰ ਇੱਕ ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਦਾ ਜਿਹੜਾ ਹੈ ਉਹ ਅਹਿਸਾਸ ਮਹਿਸੂਸ ਹੁੰਦਾ ਹੈ। ਔਰ ਉਹ ਦਿਨ ਸਾਨੂੰ ਕਦੇ ਵੀ ਭੁੱਲਣ ਵਾਲਾ ਨਹੀਂ ਹੈ, ਹਮੇਸ਼ਾ ਸਾਨੂੰ ਯਾਦ ਰਹਿੰਦਾ ਹੈ। ਤੇ ਹਰ ਸਾਲ ਅਸੀਂ ਉਸ ਦਿਨ ਨੂੰ ਸੁਤੰਤਰਤਾ ਦਿਵਸ ਵਜੋਂ ਮਨਾਉਂਦੇ ਹਾਂ। ਇਹ ਸੀ ਡਾਕਟਰ ਹਰਭਜਨ ਸਿੰਘ ਦੀਆਂ ਦੋ ਕਵਿਤਾਵਾਂ, ਧਰਤੀ ਹੇਠ ਧੀ ਵਾਲੀ ਕਵਿਤਾ ਤੇ 15 ਅਗਸਤ ਵਾਲੀ ਕਵਿਤਾ। ਡਾਕਟਰ ਹਰਭਜਨ ਸਿੰਘ ਤੋਂ ਬਾਅਦ ਅਗਲਾ ਕਵੀ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗਾ। ਮੇਰੇ ਪਿਆਰੇ ਵਿਦਿਆਰਥੀਆਂ ਨੂੰ ਮੇਰੀ ਇਹ ਗੁਜ਼ਾਰਿਸ਼ ਹੈ ਕਿ ਇਹ ਲੈਕਚਰਸ ਮੈਂ ਤੁਹਾਡੇ ਲਈ ਬਣਾਏ ਨੇ ਤੇ ਕਿਰਪਾ ਕਰਕੇ ਇਹਨਾਂ ਨੂੰ ਦੇਖਣ ਦੀ, ਸੁਣਨ ਦੀ, ਸਮਝਣ ਸਮਝਾਉਣ ਦੀ ਜਿਹੜੀ ਪ੍ਰਵਿਰਤੀ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਓ। ਔਰ ਹਰ ਇੱਕ ਲੈਕਚਰ ਨੂੰ ਸੁਣਨ ਤੋਂ ਬਾਅਦ ਕਮੈਂਟ ਬਾਕਸ ਜਾ ਕੇ ਆਪਣਾ ਰੋਲ ਨੰਬਰ ਤੇ ਨਾਮ ਇਹ ਪਾਉਣਾ ਨਾ ਭੁੱਲੋ, ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਤੁਹਾਡੇ ਵਿੱਚੋਂ ਕਿਹੜੇ ਵਿਦਿਆਰਥੀਆਂ ਨੇ ਮੇਰੇ ਇਸ ਲੈਕਚਰ ਨੂੰ ਸੁਣਿਆ। ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੇ ਕਿਸੇ ਹੋਰ ਕਵੀ ਦੇ ਨਾਲ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਰੱਬ ਰਾਖਾ।